ਸਰਕਾਰ ਜਿਹੜੀ ਤੁਸੀਂ ਬਿਲਕੁਲ ਸਹੀ ਗੱਲ ਕੀਤੀ ਹੈ ਕਿ ਸਰਕਾਰ ਜਨਤਾ ਦੀ ਚੁਣੀ ਹੋਈ ਹੁੰਦੀ ਹੈ ਔਰ ਜਨਤਾ ਲਈ ਬਣੀ ਹੋਈ ਹੁੰਦੀ ਆ, ਆਪਣੇ ਦੇਸ਼ ਲਈ ਬਣੀ ਹੁੰਦੀ ਹੈ। ਔਰ ਮੈਨੂੰ ਲੱਗਦਾ ਕਿ ਇਹ ਜਿਹੜੀ ਸਰਕਾਰ ਹੈ, ਜਿਹੜੀ ਇੰਡੀਆ ਦੀ, ਭਾਰਤ ਦੀ ਆਹ ਵਾਲੀ ਸਰਕਾਰ ਹੈ, ਮੈਨੂੰ ਲੱਗਦਾ ਵੀ ਇਹ ਅਸੀਂ ਗਲਤ ਸਰਕਾਰ ਚੁਣੀ। ਅਸੀਂ ਠੀਕ ਠਾਕ ਪੜ੍ਹੇ ਹਾਂ। ਹੁਣ ਮੈਨੂੰ ਆਪਣੀ ਮਾਂ ਦਾ ਤਾਂ ਆਪਣੇ ਪਿਓ ਦੀ ਗੱਲ ਚੇਤੇ ਆਉਂਦੀ ਹੈ, ਤੁਹਾਨੂੰ ਵੀ ਆਉਂਦੀ ਹੋਏਗੀ, ਪੁੱਤ ਪੜ੍ਹ ਲਾ, ਪੁੱਤ ਪੜ੍ਹ ਲਾ। ਹੁਣ ਇਸ ਬੰਦੇ ਵੱਲ, ਮੋਦੀ ਸਾਹਿਬ ਵੱਲ ਦੇਖ ਕੇ ਮੈਨੂੰ ਗੱਲ ਇਹ ਯਾਦ ਬਹੁਤ ਵਾਰੀ ਆਉਂਦੀ ਹੁੰਦੀ ਹੈ ਵੀ ਐਜੂਕੇਸ਼ਨ ਵਾਕਈ ਮੈਟਰ ਕਰਦੀ। ਕੋਈ 1 2 3 ਜਾਨਾਂ ਨਹੀਂ ਗਈਆਂ, 300 ਤੋਂ ਉੱਪਰ ਜਾਨਾਂ ਜਿਹੜੀਆਂ ਸ਼ਹਾਦਤਾਂ ਇਹ ਥੋੜ੍ਹੀਆਂ ਨਹੀਂ ਹੁੰਦੀਆਂ। ਅਸੀਂ ਕੋਈ ਆਪਣੇ ਆਪ ਲਈ ਨਹੀਂ ਲੜ ਰਹੇ ਵੀ ਇੱਥੇ ਸਰਬਜੀਤ ਚੀਮਾ ਦਾ ਆਹ ਫਾਇਦਾ ਹੋ ਜਾਊਗਾ। ਮੈਂ ਤੇ ਤੁਹਾਨੂੰ ਦੱਸਾਂ, ਮੈਂ ਤੇ 32 ਸਾਲ ਤੋਂ ਕੈਨੇਡਾ ਵਸਿਆ ਜੀ ਜਾ ਕੇ। ਮੇਰੇ ਬੱਚੇ ਉੱਥੇ ਦੇ ਬੋਰਨ, ਮੇਰੇ ਬੱਚੇ ਉੱਥੇ ਪੜ੍ਹੇ, ਬਾਬਾ ਜੀ ਦੀ ਕਿਰਪਾ। ਮੈਂ ਕੋਈ ਪ੍ਰਸਿੱਧੀ ਲੈਣ ਨਹੀਂ ਆਇਆ। ਮੈਂ 20 ਦਸੰਬਰ ਦਾ ਇੱਥੇ ਆਇਆ ਹੋਇਆ, ਕੋਈ ਮੇਰਾ ਸ਼ੋਅ ਨਹੀਂ ਸੀ, ਕੋਈ ਮੇਰੀ ਫਿਲਮ ਨਹੀਂ ਸੀ। ਮੈਂ ਇਸੇ ਅੰਦੋਲਨ ਦੇ ਵਿੱਚ ਆ ਕੇ ਖੜਿਆ ਔਰ ਜਿੰਨਾ ਚਿਰ ਇਹ ਚੱਲੇਗਾ ਉਹਨਾਂ ਚਿਰ ਖੜਾਂਗੇ। ਮੈਂ ਰਸਤੇ ਵਿੱਚ ਵੀ ਗੱਡੀ 'ਚ ਵੀਰਾਂ ਨਾਲ ਇਹੀ ਗੱਲ ਕਰਦਾ ਆਇਆ ਸੀ ਵੀ ਜੇ ਅਸੀਂ ਇਹ ਸੰਘਰਸ਼ ਜਿੱਤਣਾ, ਸਾਨੂੰ ਮੈਂ ਤੇ ਜਿਹੜੇ ਹਉਮੈ ਹੁੰਦੀ ਆ ਬੰਦੇ ਦੀ, ਹੰਕਾਰ, ਅਸੀਂ ਈਗੋ ਕਹਿ ਦਿੰਦੇ ਆ, ਮੈਂ ਇਹਨੂੰ ਮੁਕਾਉਣਾ ਪੈਣਾ। ਗਰੀਬੀ ਕੀ ਹੁੰਦੀ ਮੈਂ ਉਹਨੂੰ ਵੀ ਜਾਣਦਾ, ਸਟਾਰਡਮ ਸਿਖਰ ਦਾ ਕੀ ਹੁੰਦਾ ਮੈਂ ਉਹਨੂੰ ਵੀ ਜਾਣਦਾ, ਔਰ ਮੈਂ ਮਜ਼ਦੂਰੀ ਕਿੱਦਾਂ ਹੁੰਦੀ ਆ, ਕਿੱਦਾਂ ਸ਼ਾਮ ਨੂੰ ਦਿਹਾੜੀ ਮਿਲਦੀ ਆ, ਮੈਂ ਉਹ ਵੀ 8 ਸਾਲ ਕੀਤੀ ਆ ਜੀ, ਰਾਤ ਦਿਨ। ਤੇ ਮੈਂ ਕਿਸਾਨੀ ਵੀ ਕੀਤੀ ਆ। ਦਿਲ ਦੀ ਜਗ੍ਹਾ ਦਿਮਾਗ ਦਾ ਇਸਤੇਮਾਲ ਕਰ ਰਹੇ ਨੇ, ਉਹਨਾਂ ਦੀ ਸੋਚ ਨੂੰ ਲੈ ਕੇ ਕੀ ਕਹੋ? ਅਦਾਨੀ, ਅੰਬਾਨੀ ਹੁਣੀ ਬਹੁਤ ਰਿਚ ਬੰਦੇ, ਇਹਨਾਂ ਕੋਲ ਅੰਨਾ ਪੈਸਾ ਆ। ਪਰ ਵੀਰ ਜੀ, ਜਿਹੜੇ ਪਿੰਡਾਂ ਵਾਲੇ ਲੋਕ, ਕਿਸਾਨੀ ਨਾਲ ਜੁੜੇ ਹੋਏ ਲੋਕ ਬਾਹਰ ਜਾ ਕੇ ਵਸੇ ਹੋਏ ਨਾ ਜੀ, ਤੁਸੀਂ ਇੱਕ ਵਾਰ ਸਰਵੇ ਕਰਕੇ ਦੇਖੋ ਪੂਰੇ ਵਰਲਡ ਦੇ ਵਿੱਚ ਵੀਰ ਜੀ। ਉਹ ਮੇਰਾ ਖਿਆਲ ਹੈ ਵੀ ਜੇ ਕਣਕਾਂ ਨਾ ਗਵਰਨਮੈਂਟ ਨਹੀਂ ਵੀ ਚੱਕਣ ਦਊਗੀ, ਉਹ ਲੋਕ ਇੰਨੀ ਹਿੰਮਤ ਰੱਖਦੇ ਆ, ਉਹ ਪੂਰੇ ਪਿੰਡ ਨੂੰ ਰੋਟੀ ਵੀ ਦੇ ਸਕਦੇ। ਇੱਕ ਕਹਾਵਤ ਹੈ ਕਿ ਲੋਕ ਰਾਜ ਜਿਹੜਾ ਉਹ ਲੋਕ ਲਾਜ ਨਾਲ ਚੱਲਦਾ ਹੈ, ਲੇਕਿਨ ਅੱਜ ਕਿਆ ਸਰਕਾਰਾਂ ਨੂੰ ਲਾਜ ਹੈ ਕਿਸੇ ਤਰ੍ਹਾਂ ਦੀ? ਕਿਉਂਕਿ ਜਨਤਾ ਨਾਲ ਚੁਣੀ ਹੋਈ ਸਰਕਾਰ ਜਦੋਂ ਜਨਤਾ ਦੀ ਨਹੀਂ ਸੁਣਦੀ ਤਾਂ ਫਿਰ ਸਵਾਲ ਖੜੇ ਹੁੰਦੇ ਨੇ। ਗਾਇਕ ਸਰਬਜੀਤ ਚੀਮਾ ਸਾਡੇ ਨਾਲ ਨੇ, ਗੱਲਬਾਤ ਕਰਦੇ ਨੇ। ਸਰਕਾਰ, ਇੱਕ ਵੱਡਾ ਸਵਾਲ ਹੈ ਕਿ ਜਨਤਾ ਨਾਲ ਚੁਣੀ ਹੋਈ ਸਰਕਾਰਾਂ ਜਨਤਾ ਲਈ ਹੁੰਦੀਆਂ ਨੇ, ਲੇਕਿਨ ਅੱਜ ਜਨਤਾ ਦੀ ਨਹੀਂ ਸੁਣੀ ਜਾ ਰਹੀ। ਇੰਨਾ ਵੱਡਾ ਇਕੱਠ ਦਿੱਲੀ ਬਾਰਡਰਾਂ ਤੇ ਬੈਠਾ, ਲੇਕਿਨ ਉਹਨਾਂ ਦੀ ਸੁਣਨ ਲਈ ਕੋਈ ਤਿਆਰ ਨਹੀਂ ਹੋ ਪਾ ਰਿਹਾ। ਸਭ ਤੋਂ ਪਹਿਲਾਂ ਜੀ ਡੇਲੀ ਪੋਸਟ ਪੰਜਾਬੀ ਦੇ ਦਰਸ਼ਕਾਂ ਨੂੰ ਮੇਰੇ ਵੱਲੋਂ, ਸਰਬਜੀਤ ਚੀਮਾ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਬਹੁਤ ਬਹੁਤ ਮਿਹਰਬਾਨੀ। ਔਰ ਤੁਸੀਂ ਅੱਜ ਸਾਡੀ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਪਹੁੰਚੇ ਹੋ, ਤੁਹਾਡਾ ਨਿੱਘਾ ਜੀ ਹੈ ਜੀ, ਬਹੁਤ ਬਹੁਤ ਮਿਹਰਬਾਨੀ। ਔਰ ਤੁਸੀਂ ਸਰਕਾਰ ਦੀ ਗੱਲ ਕੀਤੀ ਹੈ ਤੇ ਸਰਕਾਰ ਦੀ ਜਨਤਾ ਦੀ ਗੱਲ ਕੀਤੀ ਹੈ। ਔਰ ਮੈਂ ਪਹਿਲਾਂ ਅੰਦਰ ਵੀ ਬੋਲ ਕੇ ਆਇਆ, ਹੋਰ ਵੀ ਪਹਿਲਾਂ ਵੀ ਬਹੁਤ ਜਗ੍ਹਾ ਮੈਂ ਬੋਲਦਾ ਰਹਿੰਦਾ ਜੀ। ਸਰਕਾਰ ਜਿਹੜੀ, ਤੁਸੀਂ ਬਿਲਕੁਲ ਸਹੀ ਗੱਲ ਕੀਤੀ ਹੈ ਕਿ ਸਰਕਾਰ ਜਨਤਾ ਦੀ ਚੁਣੀ ਹੋਈ ਹੁੰਦੀ ਹੈ ਔਰ ਜਨਤਾ ਲਈ ਬਣੀ ਹੋਈ ਹੁੰਦੀ ਆ, ਆਪਣੇ ਦੇਸ਼ ਲਈ ਬਣੀ ਹੁੰਦੀ ਆ। ਔਰ ਮੈਨੂੰ ਲੱਗਦਾ ਕਿ ਇਹ ਜਿਹੜੀ ਸਰਕਾਰ ਹੈ, ਜਿਹੜੀ ਇੰਡੀਆ ਦੀ, ਭਾਰਤ ਦੀ ਆਹ ਵਾਲੀ ਸਰਕਾਰ ਹੈ, ਮੈਨੂੰ ਲੱਗਦਾ ਵੀ ਇਹ ਅਸੀਂ ਗਲਤ ਸਰਕਾਰ ਚੁਣ ਲਈ। ਕਿਉਂਕਿ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਜਿਹੜੀ ਐਜੂਕੇਸ਼ਨ ਹੈ, ਪੜ੍ਹਾਈ ਹੈ, ਮੈਨੂੰ ਹੁਣ ਯਾਦ ਆਉਂਦਾ, ਚਲੋ ਅਸੀਂ ਠੀਕ ਠਾਕ ਪੜ੍ਹ ਗਏ, ਅਸੀਂ ਬਹੁਤ ਜ਼ਿਆਦਾ ਨਹੀਂ ਪੜ੍ਹੇ, ਅਸੀਂ ਠੀਕ ਠਾਕ ਪੜ੍ਹੇ ਹਾਂ। ਹੁਣ ਮੈਨੂੰ ਆਪਣੀ ਮਾਂ ਦਾ ਤਾਂ ਆਪਣੇ ਪਿਓ ਦੀ ਗੱਲ ਚੇਤੇ ਆਉਂਦੀ ਹੈ, ਤੁਹਾਨੂੰ ਵੀ ਆਉਂਦੀ ਹੋਏਗੀ, ਪੁੱਤ ਪੜ੍ਹ ਲਾ, ਪੁੱਤ ਪੜ੍ਹ ਲਾ। ਹੁਣ ਇਸ ਬੰਦੇ ਵੱਲ, ਮੋਦੀ ਸਾਹਿਬ ਵੱਲ ਦੇਖ ਕੇ ਮੈਨੂੰ ਗੱਲ ਇਹ ਯਾਦ ਬਹੁਤ ਵਾਰੀ ਆਉਂਦੀ ਹੁੰਦੀ ਹੈ ਵੀ ਐਜੂਕੇਸ਼ਨ ਵਾਕਈ ਮੈਟਰ ਕਰਦੀ ਹੈ। ਇਹਦੇ ਵਿੱਚ ਮੇਰਾ ਖਿਆਲ ਤੁਸੀਂ ਸਮਝ ਗਏ ਹੋਵੋਗੇ, ਸਾਡੇ ਦਰਸ਼ਕ ਵੀ, ਬਹੁਤ ਵੱਡੀ ਗੱਲ ਹੈ ਵੀ ਐਜੂਕੇਸ਼ਨ ਵਾਕਈ ਮੈਟਰ ਕਰਦੀ ਆ। ਸਾਨੂੰ ਅੱਗੇ ਵਾਸਤੇ ਜਨਤਾ ਨੂੰ ਵੀ ਚਾਹੀਦਾ ਕਿ ਅਸੀਂ ਜਿਹੜੀਆਂ ਬੋਤਲ ਦੇ ਉੱਪਰ, ਸ਼ਰਾਬ ਦੀ ਬੋਤਲ ਦੇ ਉੱਪਰ, ਇੱਕ 100 ਦੇ ਨੋਟ ਦੇ ਉੱਪਰ ਅਸੀਂ ਰਾਤ ਨੂੰ ਸ਼ਰਾਬੀ ਹੋ ਕੇ ਡੁੱਲ ਜਾਂਦੇ ਵੀ ਅਸੀਂ ਉਹ ਜਿਹੜਾ ਅੰਗੂਠਾ, ਆਪਣੀ ਮੋਹਰ ਹੈ, ਇੱਥੇ ਲਾ ਦੇਣੀ ਹੈ। ਸਾਨੂੰ ਜਾਗਰਤ ਹੋਣਾ ਪੈਣਾ, ਭਾਵੇਂ ਉਹ ਸਰਬਜੀਤ ਚੀਮਾ ਆ, ਭਾਵੇਂ ਕੋਈ ਲੀਡਰ ਆ, ਭਾਵੇਂ ਉਹ ਗਵਈਆ ਆ। ਤੁਹਾਨੂੰ ਕੋਈ ਗਾਣਾ ਨਹੀਂ ਚੰਗਾ ਲੱਗਦਾ, ਤੁਹਾਨੂੰ ਕੋਈ ਫਿਲਮ ਗਲਤ ਰਸਤੇ ਪਾ ਰਹੀ ਆ, ਸਾਨੂੰ ਉੱਠਣਾ ਪੈਣਾ, ਸਾਨੂੰ ਜਾਗਣਾ ਪੈਣਾ ਕਿ ਸਰਕਾਰ ਸਾਡੇ ਲਈ, ਅਸੀਂ ਕਿਹੜੀ ਸਰਕਾਰ ਲੈ ਕੇ ਆਈਏ, ਹੈ ਨਾ। ਇੱਕ ਜਿਹੜੀ ਹਵਾ ਵਗਦੀ ਹੁੰਦੀ ਉਹਦੇ ਮਗਰ ਨਹੀਂ ਸਾਨੂੰ ਲੱਗਣਾ ਵੀ ਹੁਣ ਪੁਰਾ ਵਗਦਾ, ਆ ਪੱਛੋਂ ਵਗ ਰਹੀ ਹੈ, ਦੱਖਣ ਆ ਗਿਆ, ਇੱਧਰੋਂ ਉੱਤਰ ਆ ਗਿਆ, ਵੀ ਉੱਧਰ ਨੂੰ ਬਹਾ ਪਤੰਗ ਅਸੀਂ ਉੱਧਰ ਨੂੰ ਆਪਣਾ ਚੜਾ ਲਈਏ, ਗੁੱਡੀ ਉੱਧਰ ਨੂੰ ਉਡਾ ਲਈਏ। ਇੱਦਾਂ ਨਹੀਂ ਕਰਨਾ ਪੈਣਾ, ਸਾਨੂੰ ਜਾਗਣਾ ਪੈਣਾ। ਉਹ ਜਿਹੜੀ ਪੜ੍ਹਾਈ ਵਾਲੀ ਗੱਲ, ਮੈਂ ਐਜੂਕੇਸ਼ਨ ਵਾਲੀ ਗੱਲ, ਉਹ ਇੱਥੇ ਵੀ ਮੈਟਰ ਕਰਦੀ ਆ। ਸਾਨੂੰ ਹੁਣ ਮਾਵਾਂ ਨੂੰ ਆਪਣੇ ਪੁੱਤ ਪੜ੍ਹਾਉਣੇ ਪੈਣੇ ਆ ਵੀ ਅਸੀਂ ਆਪਣੀ ਸਰਕਾਰ ਤਾਂ ਚੰਗੀ ਚੁਣ ਲਈਏ ਯਾਰ, ਹੈ ਨਾ ਜੀ। ਔਰ ਜੇ ਮੈਂ ਤੁਹਾਡੀ ਗੱਲ ਦਾ ਜਵਾਬ ਜਿਹੜਾ ਮੇਰੇ ਖਿਆਲ ਇਹਦੇ ਵਿੱਚ ਕਾਫੀ ਹੱਦ ਤੱਕ ਮਿਲ ਗਿਆ। ਔਰ ਮੈਂ ਸਰਕਾਰ ਨੂੰ ਦੋਵੇਂ ਹੱਥ ਜੋੜ ਕੇ ਬੇਨਤੀ ਕਰਨੀ ਚਾਹੁੰਦਾ
ਕਿ ਸੈਂਕੜੇ ਕੋਈ 1 2 3 ਜਾਨਾਂ ਨਹੀਂ ਗਈਆਂ, 300 ਤੋਂ ਉੱਪਰ ਜਾਨਾਂ ਜਿਹੜੀਆਂ ਸ਼ਹਾਦਤਾਂ ਇਹ ਥੋੜੀਆਂ ਨਹੀਂ ਹੁੰਦੀਆਂ। ਅਸੀਂ ਕੋਈ ਆਪਣੇ ਆਪ ਲਈ ਨਹੀਂ ਲੜ ਰਹੇ ਵੀ ਇੱਥੇ ਸਰਬਜੀਤ ਚੀਮੇ ਦਾ ਆਹ ਫਾਇਦਾ ਹੋ ਜਾਊਗਾ। ਮੈਂ ਤੇ ਤੁਹਾਨੂੰ ਦੱਸਾਂ, ਮੈਂ ਤੇ 32 ਸਾਲ ਤੋਂ ਕੈਨੇਡਾ ਵਸਿਆ ਜੀ ਜਾ ਕੇ। ਮੇਰੇ ਬੱਚੇ ਉੱਥੇ ਦੇ ਬੋਰਨ ਆ, ਮੇਰੇ ਬੱਚੇ ਉੱਥੇ ਪੜ੍ਹੇ, ਬਾਬਾ ਜੀ ਦੀ ਕਿਰਪਾ। ਮੈਂ ਕੋਈ ਪ੍ਰਸਿੱਧੀ ਲੈਣ ਨਹੀਂ ਆਇਆ। ਮੈਂ 20 ਦਸੰਬਰ ਦਾ ਇੱਥੇ ਆਇਆ ਹੋਇਆ, ਕੋਈ ਮੇਰਾ ਸ਼ੋਅ ਨਹੀਂ ਸੀ, ਕੋਈ ਮੇਰੀ ਫਿਲਮ ਨਹੀਂ ਸੀ। ਮੈਂ ਇਸੇ ਅੰਦੋਲਨ ਦੇ ਵਿੱਚ ਆ ਕੇ ਖੜਿਆ ਔਰ ਜਿੰਨਾ ਚਿਰ ਇਹ ਚੱਲੇਗਾ ਉਹਨਾਂ ਚਿਰ ਖੜਾਂਗੇ। ਇੱਕ ਇਹ ਵਾਅਦਾ ਕੀਤਾ, ਮੈਨੂੰ ਮੇਰੇ ਘਰਦਿਆਂ ਨੇ ਤੋਰਿਆ, ਮੇਰੇ ਪਿਓ ਨੇ ਤੋਰਿਆ, ਮੈਨੂੰ ਮੇਰੇ ਬੱਚਿਆਂ ਨੇ ਤੋਰਿਆ। ਬਾਪੂ ਤੂੰ ਪੰਜਾਬ ਰੰਗਲਾ ਪੰਜਾਬ ਗਾਇਆ, ਤੂੰ ਇਦਾਂ ਦੇ ਗਾਣੇ ਗਾਏ, ਤੈਨੂੰ ਅੱਜ ਉੱਥੇ ਖੜਨ ਦਾ ਜਾ ਕੇ ਤੇਰਾ ਫਰਜ਼ ਬਣਦਾ। ਔਰ ਮੇਰਾ ਵੱਡਾ ਬੇਟਾ ਗੁਰਵਰ ਚੀਮਾ ਵੀ ਇੱਥੋਂ ਗਿਆ, ਉਹ ਵੀ 2 ਮਹੀਨੇ ਇਸੇ ਲੜਾਈ ਦੇ ਵਿੱਚ ਲੜਦਾ ਗਿਆ। ਹੁਣ ਵਾਪਸ ਉਹਨੂੰ ਜਾਣਾ ਪੈਣਾ ਸੀ ਔਰ ਅਸੀਂ ਖੜੇ ਹਾਂ। ਜਿੰਨਾ ਚਿਰ ਸਾਹ ਚੱਲਦੇ ਆ ਉਹਨਾਂ ਚਿਰ ਖੜੇ ਰਹਾਂਗੇ ਔਰ ਜਿੰਨਾ ਚਿਰ ਜਿੱਤ ਕੇ ਨਹੀਂ ਅਸੀਂ ਆਪਣੇ ਘਰਾਂ ਨੂੰ ਵਾਪਸ ਜਾਂਦੇ, ਉਹਨਾਂ ਚਿਰ ਅਸੀਂ ਇਸ ਸੰਘਰਸ਼ ਦੇ ਵਿੱਚ ਆਪਣਾ ਯੋਗਦਾਨ ਪਾਉਂਦੇ ਰਹਾਂਗੇ। ਲੇਕਿਨ ਦੂਜੇ ਪਾਸੇ ਅਗਰ ਸਵਾਲ ਕਰੀਏ ਇਸ ਸੰਘਰਸ਼ ਦੀ, ਓਵਰਆਲ ਜਿਸ ਤਰ੍ਹਾਂ ਦਾ ਸੰਘਰਸ਼ ਚੱਲ ਰਿਹਾ, ਮਜ਼ਬੂਤ ਹੋ ਰਿਹਾ, ਥਾਂ ਥਾਂ ਤੇ ਇਸ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ਾਂ ਵੀ ਜਾਰੀ ਹੈ। ਕੋਸ਼ਿਸ਼ ਤੁਸੀਂ ਵੀ 13 ਅਪ੍ਰੈਲ ਨੂੰ ਕਰਦੇ ਹੋਏ ਨਜ਼ਰ ਆਓਗੇ। ਹੋਰ ਵੀ ਜਿਹੜੀਆਂ ਜਨ ਸਭਾਵਾਂ ਹੋ ਰਹੀਆਂ ਨੇ ਉਸ ਦੇ ਵਿੱਚ ਸੰਘਰਸ਼ ਤੇ ਮਜ਼ਬੂਤ ਹੋ ਰਿਹਾ, ਲੇਕਿਨ ਦੂਜੇ ਪਾਸੇ ਸਰਕਾਰ ਦੀ ਨੀਤੀ ਜਿਹੜੀ ਹੈ ਉਹ ਵੀ ਹੋਰ ਜ਼ਿਆਦਾ ਮਜ਼ਬੂਤ ਹੁੰਦੀ ਨਜ਼ਰ ਆ ਰਹੀ ਹੈ। FCI ਦੇ ਨਵੇਂ ਫਰਮਾਨ ਜਾਰੀ ਕਰ ਦਿੱਤੇ ਨੇ। ਅੱਜ ਪ੍ਰੀਕਿਉਰਮੈਂਟ ਹੋਣੀ ਸੀ ਸੂਬੇ ਦੇ ਵਿੱਚ, ਲੇਕਿਨ ਪ੍ਰੀਕਿਉਰਮੈਂਟ ਸ਼ੁਰੂ ਨਹੀਂ ਹੋ ਪਾਈ ਕਿਉਂਕਿ ਉਹ ਕਹਿੰਦੇ ਕਿ ਸਿੱਧੀ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਆਪਾਂ ਪੇਮੈਂਟ ਪਾਵਾਂਗੇ। ਜੇ ਕਿਸਾਨ ਲੈਣਾ ਚਾਹੁੰਦੇ ਆ ਤੇ ਪ੍ਰੀਕਿਉਰਮੈਂਟ ਕਰਾਂਗੇ, ਸਰਕਾਰ ਰਾਜ਼ੀ ਹੁੰਦੀ ਹੈ, ਨਹੀਂ ਤੇ ਪ੍ਰੀਕਿਉਰਮੈਂਟ ਨਹੀਂ ਹੋਏਗੀ। ਇਸ ਤਰ੍ਹਾਂ ਦੀ ਜਦੋਂ ਗੱਲਾਂ ਹੋਣ ਲੱਗ ਤੇ ਕਿਤੇ ਨਾ ਕਿਤੇ ਦਬਾਅ ਬਣਾਉਣ ਦੀ ਪੂਰੀ ਕੋਸ਼ਿਸ਼ ਹੈ ਕਿ ਕਿਸਾਨ ਗੋਡੇ ਟੇਕਦੇ ਔਰ ਆ ਕਾਨੂੰਨ ਮੰਨਣ ਲਈ ਤਿਆਰ ਹੋ ਜਾਏ। ਪਰ ਭਾਜੀ ਬਿਲਕੁਲ ਮੈਂ ਤੁਹਾਡੀ ਇਸ ਗੱਲ ਨਾਲ ਐਗਰੀ ਕਰਦਾ ਕਿ ਜਦੋਂ ਦੇਖੋ ਕੀ ਹੁੰਦਾ, ਲੜਾਈ ਕਿਹਦਾ ਨਾਂ ਹੈ ਜੀ? ਲੜਾਈ ਸਾਡੀ ਕਿਸੇ ਇਸ਼ੂ ਤੇ ਸ਼ੁਰੂ ਹੁੰਦੀ ਹੈ, ਭਾਵੇਂ 2 ਭਰਾਵਾਂ 'ਚ ਹੋ ਜਾਏ, ਭਾਵੇਂ ਸਾਡੇ ਕਿਸੇ ਗਵਾਂਢੀ ਸ਼ਰੀਕ ਦੇ ਨਾਲ ਹੋ ਜਾਏ। ਇਹ ਸਾਡੀ ਲੜਾਈ ਜਿਹੜੀ ਹੈ ਕਿਰਤੀ ਤੇ ਕਿਸਾਨ ਦੀ ਸਰਕਾਰ ਦੇ ਨਾਲ ਹੈ, ਉਹ ਸੇਮ ਚੱਕਰ ਹੈ। ਔਰ ਸਰਕਾਰ ਕੋਸ਼ਿਸ਼ ਕਰੇਗੀ ਵੀ ਅਸੀਂ ਇਹਨਾਂ ਨੂੰ ਕਿਵੇਂ ਕਮਜ਼ੋਰ ਪਾਉਣਾ, ਕਿਵੇਂ ਢਾਉਣਾ, ਕਿਵੇਂ ਹਰਾਉਣਾ, ਕਿਵੇਂ ਭਜਾਉਣਾ। ਔਰ ਜਿਹੜਾ ਕਿਰਤੀ ਤੇ ਕਿਸਾਨ ਹੈ, ਅਸੀਂ ਸਭ ਉਹਨਾਂ ਚਾਹੁੰਦੇ ਹਾਂ, ਅਸੀਂ ਆਪਣੀ ਇਹ ਕੋਸ਼ਿਸ਼ ਕਰਾਂਗੇ ਵੀ ਅਸੀਂ ਤਕੜੇ ਕਿੱਦਾਂ ਹੋਣਾ। ਉਹ ਤੁਹਾਡੀ ਗੱਲ ਬਿਲਕੁਲ ਸਹੀ ਹੈ ਜੀ। ਹੁਣ ਮੈਂ ਤੁਹਾਨੂੰ ਉਹਦੀ ਉਦਾਹਰਨ ਦਿੰਦਾ ਜੀ, ਇੱਕ ਜੋ ਇਹ ਬਹੁਤ ਵੱਡੀਆਂ ਗੱਲਾਂ ਗਵਰਨਮੈਂਟ ਕਹਿੰਦੀ ਸੀ। ਹੁਣ MSP ਦੀ ਗੱਲ ਕਰੀਏ, ਹੁਣ ਉਹਦਾ ਪੋਲ ਖੁੱਲ ਗਿਆ ਨਾ ਜੀ। ਕਿੰਨੀਆਂ ਮੰਡੀਆਂ ਦੇ ਵਿੱਚ ਜਿਹੜੀ MSP ਉਹ ਮਿਲ ਰਹੀ ਹੈ ਜਾਂ ਦੇਣ ਤੇ ਇਹ ਮਤਲਬ ਵਚਨਬੱਧ ਹੋ ਰਿਹਾ, ਉਹ ਸਾਰੀ ਪੋਲ ਖੁੱਲ ਗਈ। ਇਦਾਂ ਹੀ ਇਹ ਜਿਹੜੇ ਕਾਨੂੰਨ ਆ ਸਾਡੇ ਲੋਕਾਂ ਨੂੰ ਸਮਝਣਾ ਪੈਣਾ। ਔਰ ਮੈਂ ਪਾਠ ਪੜ੍ਹਾਊਂਗਾ, ਕੋਈ ਹੋਰ ਤੁਸੀਂ ਪਾਠ ਪੜ੍ਹਾਓਗੇ, ਕੋਈ ਹੋਰ ਬੰਦਾ ਪਾਠ ਪੜ੍ਹਾਏਗਾ। ਇਹ ਲੋਕਾਂ ਨੂੰ ਸਮਝਣ ਦੀ ਲੋੜ ਹੈ। ਦੇਖੋ ਕੋਈ ਵੀ ਪ੍ਰੋਬਲਮ ਅਸੀਂ ਲੜ ਕਿਉਂ ਰਹੇ ਹਾਂ, ਉਹ ਪ੍ਰੋਬਲਮ ਜਿਹੜੀ ਸਾਡੀ ਸਮਝ ਪੈਣੀ ਚਾਹੀਦੀ ਹੈ ਕਿ ਸਾਨੂੰ ਇਸ ਚੀਜ਼ ਦੀ ਮਾਰ ਜਿਹੜੀ ਕਿੱਥੇ ਤੱਕ ਪੈ ਸਕਦੀ ਹੈ। ਔਰ ਮੈਂ ਅੰਦਰ ਵੀ ਗੱਲ ਕੀਤੀ ਹੈ ਕਿ ਇਹ ਇਕੱਲੇ ਜੱਟ ਜ਼ਿਮੀਂਦਾਰ ਜਾਂ ਇੱਕ ਮਜ਼ਦੂਰ ਇਕੱਲੇ ਦੀ ਲੜਾਈ ਨਹੀਂ ਹੈਗੀ। ਮੇਰਾ ਖਿਆਲ ਇਹਦੇ ਵਿੱਚ ਜਿਹੜੇ ਉਹਨਾਂ ਦੇ ਬਹੁਤ ਹਰਮਨ ਪਿਆਰੇ ਆ ਮੋਦੀ ਸਾਹਿਬ ਦੇ, ਅੰਬਾਨੀ ਤੇ ਅੰਡਾਨੀ, 2-4 ਬੰਦੇ ਹੋਰ ਹੋਣਗੇ, ਉਹਨਾਂ ਨੂੰ ਛੱਡ ਕੇ ਪਰਸੈਂਟੇਜ ਜਿਹੜੀ ਮੇਰਾ ਖਿਆਲ ਆ 99.9% ਤੋਂ ਵੀ ਉੱਪਰ ਹੋ ਜਾਣੀ ਆ ਜਿਨ੍ਹਾਂ ਨੂੰ ਇਹਨਾਂ ਬਿੱਲਾਂ ਦੀ ਮਾਰ ਪੈਣੀ ਆ। ਇਹ ਸਾਨੂੰ ਸਮਝਣਾ ਪੈਣਾ। ਇਹ ਇੱਕ ਦਿਨ ਸ਼ਹਿਰੀ ਵਰਗ ਨੂੰ ਵੀ, ਪੇਂਡੂ ਵਰਗ ਉੱਠਿਆ ਹੋਇਆ, NRA ਦੀ ਬਹੁਤ ਸਪੋਰਟ ਹੈ। ਇਹ ਸ਼ਹਿਰੀ ਵਰਗ ਨੂੰ ਵੀ ਇਹ ਗੱਲ ਸਮਝਣੀ ਪੈਣੀ ਹੈ ਵੀ ਜੇ ਇਹ ਬਿੱਲ ਪਾਸ ਜਿਹੜੇ ਹੋ ਗਏ ਆ, ਜੇ ਹੁਣ ਇਹ ਕੈਂਸਲ ਨਹੀਂ ਹੁੰਦੇ ਤਾਂ ਇਹਨਾਂ ਦੀ ਆਉਣ ਵਾਲੇ ਸਮੇਂ ਦੇ ਵਿੱਚ ਮਾਰ ਜਿਹੜੀ ਆ ਉਹ ਕਿੱਥੇ ਤੱਕ ਜਾਣੀ। ਕਿਉਂ ਸਭ ਲੋਕੀ ਸਮਝ ਰਹੇ ਆ, ਲੋਕੀ ਸਪੋਰਟ ਵੀ ਕਰ ਰਹੇ ਆ, ਲੇਕਿਨ ਇਸ ਸੰਘਰਸ਼ ਦੀ ਗੱਲ ਕਰੀਏ, ਕਈ ਵਾਰ ਕ੍ਰੈਡਿਟ ਦੀ ਗੱਲਾਂ ਸਾਹਮਣੇ ਉੱਭਰ ਕੇ ਆ ਜਾਂਦੀਆਂ। ਹੁਣ ਵੀ ਇੱਕ ਮੁੱਦਾ ਚੱਲਿਆ ਹੋਇਆ, ਇੱਕ ਗਾਇਕ ਕਹਿੰਦੇ ਹੋਏ ਨਜ਼ਰ ਆਇਆ ਕਿ 2-3 ਲੋਕਾਂ ਨੂੰ ਤੁਸੀਂ ਕਿਉਂ ਸੁਰਖੀਆਂ ਦੇ ਵਿੱਚ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹੋ। ਇਸ ਤਰ੍ਹਾਂ ਦੀ ਗੱਲਾਂ ਜਦੋਂ ਹੁੰਦੀਆਂ, ਤੁਹਾਨੂੰ ਲੱਗਦਾ ਨਹੀਂ ਕਿ ਅੰਦੋਲਨ ਕਮਜ਼ੋਰ ਹੁੰਦਾ ਇਸ ਤਰ੍ਹਾਂ ਦੀ ਗੱਲਾਂ ਤੇ ਇਸ ਤਰ੍ਹਾਂ ਦੀ ਗੱਲਾਂ ਨੂੰ ਛੱਡ ਕੇ ਸਿਰਫ ਅੰਦੋਲਨ ਨੂੰ ਮਜ਼ਬੂਤ ਕਰਨ ਦੇ ਔਰ ਜਿੱਤ ਕਿੱਦਾਂ ਹੋਣੀ ਹੈ ਇਸ ਨੂੰ ਲੈ ਕੇ ਵਿਚਾਰ ਹੋਣਾ ਚਾਹੀਦਾ? ਭਾਜੀ ਇਹ ਜਿਹੜੀ ਇਹ ਸਾਡੇ ਨਾ ਜੀ ਇੰਡੀਆ ਦੇ, ਭਾਰਤ ਦੇ ਥੋੜਾ ਜਿਹਾ ਖੂਨ 'ਚ ਹੈਗੀ ਆ ਇਹ ਚੀਜ਼। ਮੈਂ ਕਿਸੇ ਨੂੰ ਸਿੱਧਾ ਨਹੀਂ ਮੈਂ ਟਾਰਗੇਟ ਕਰੂੰਗਾ। ਇਹ ਭਾਵੇਂ ਉਹ ਕਿਸਾਨ ਹੋਣ ਤੇ ਭਾਵੇਂ ਕਿਰਤੀ ਹੋਣ ਤੇ ਭਾਵੇਂ ਕੋਈ ਬਿਜ਼ਨਸਮੈਨ ਹੋਵੇ, ਭਾਵੇਂ ਅਮੀਰ ਹੋਵੇ, ਭਾਵੇਂ ਗਰੀਬ ਹੋਵੇ, ਸਾਨੂੰ ਇਸ ਚੀਜ਼ ਤੋਂ ਉੱਪਰ ਉੱਠਣਾ ਪੈਣਾ। ਮੈਂ ਰਸਤੇ ਵਿੱਚ ਵੀ ਗੱਡੀ 'ਚ ਵੀਰਾਂ ਨਾਲ ਇਹੀ ਗੱਲ ਕਰਦਾ ਆਇਆ ਸੀ ਵੀ ਜੇ ਅਸੀਂ ਇਹ ਸੰਘਰਸ਼ ਜਿੱਤਣਾ, ਸਾਨੂੰ ਮੈਂ ਤੇ ਜਿਹੜੇ ਇੱਕ ਹਉਮੈ ਹੁੰਦੀ ਆ ਬੰਦੇ ਦੀ, ਹੰਕਾਰ, ਅਸੀਂ ਈਗੋ ਕਹਿ ਦਿੰਦੇ ਆ, ਮੈਂ ਇਹਨੂੰ ਮੁਕਾਉਣਾ ਪੈਣਾ। ਇਹ ਤਾਂ ਸਾਡੀ ਗੁਰਬਾਣੀ, ਹਰ ਧਰਮ ਕਹਿੰਦਾ ਵੀ ਮੈਂ, ਹਉਮੈ, ਹੰਕਾਰ ਜਿਹੜਾ ਉਹ ਜਿਹੜੇ ਬੰਦੇ ਤੋਂ ਖਤਮ ਹੋ ਜਾਵੇ, ਜਿਹੜੇ ਇਨਸਾਨ ਚੋਂ, ਉਹ ਕੁਝ ਵੀ ਕਿਤੇ ਕਿਸੇ ਮੰਜ਼ਿਲ ਤੇ ਪਹੁੰਚ ਸਕਦਾ। ਸਾਨੂੰ ਉਸ ਚੀਜ਼ ਤੋਂ ਮੋਹਰੇ ਉੱਠ ਕੇ ਆਉਣਾ। ਇਹ ਪੋਲਿਟਿਕਸ, ਰਾਜਨੀਤੀ ਇਹਦੇ ਵਿੱਚ ਨਹੀਂ ਚੱਲਣੀ ਔਰ ਸਾਨੂੰ ਇਹਨਾਂ ਚੀਜ਼ਾਂ ਤੋਂ ਉੱਪਰ ਉੱਠਣਾ ਪੈਣਾ। ਅਸੀਂ ਗੱਲ ਕਰੀਏ ਏਕੇ ਦੀ, ਉਹਦੇ ਵਿੱਚ ਮੈਨੂੰ ਜੇ ਸਰਬਜੀਤ ਚੀਮਾ ਇੱਥੇ ਆ ਕੇ ਖੜਾ, ਮੇਰਾ ਰੱਬ ਜਾਣਦਾ, ਮੈਨੂੰ ਕੋਈ ਪ੍ਰਸਿੱਧੀ ਦੀ ਕੋਈ ਲੋੜ ਨਹੀਂ। ਮਾਲਕ ਨੇ, ਮੈਂ 27-28 ਸਾਲ ਕੰਮ ਕੀਤਾ, ਮੈਨੂੰ ਲੋਕਾਂ ਨੇ ਬਹੁਤ ਸਤਿਕਾਰ
ਮੁਹੱਬਤ ਦਿੱਤੀ ਹੈ ਜੀ। ਮੈਂ ਉਹਦੇ ਲਈ ਧੰਨਵਾਦ ਵੀ ਕਰਦਾ। ਮੈਨੂੰ ਅੱਜ ਕੋਈ ਲੋੜ ਨਹੀਂ, ਨਾ ਕੋਈ ਮੇਰਾ ਇਦਾਂ ਦਾ ਮਕਸਦ ਹੈ ਮੈਂ ਵੋਟਾਂ 'ਚ ਖੜੇ ਹੋਣਾ, ਨਾ ਕੋਈ ਮੇਰਾ ਪ੍ਰਸਿੱਧੀ ਦਾ ਮਕਸਦ ਹੈ। ਸਾਨੂੰ ਇਸੇ ਤਰ੍ਹਾਂ ਹੀ ਮੋਹਰੇ ਹੋ ਕੇ ਤੁਰਨਾ ਚਾਹੀਦਾ ਵੀ ਯਾਰ ਅਸੀਂ ਇਸ ਲੜਾਈ ਦੇ ਨਾਲ ਹਾਂ, ਕਿਉਂਕਿ ਅਸੀਂ ਇਹਨੂੰ ਜਾਣਦੇ ਹਾਂ। ਅਸੀਂ ਲੋਕਾਂ ਦੇ, ਇਹਨਾਂ ਲੋਕਾਂ ਕੋਲੋਂ ਮੈਂ 30 ਸਾਲ ਖਾਧਾ ਕਮਾਇਆ, ਭਾਵੇਂ ਮੈਂ ਆਪਣੀ ਕਲਾ ਦੇ ਨਾਲ ਕਮਾਇਆ, ਪਰ ਇਹਨਾਂ ਲੋਕਾਂ ਨੇ ਮੇਰਾ ਘਰ ਚਲਾਇਆ, ਇਹਨਾਂ ਲੋਕਾਂ ਨੇ ਮੇਰੇ ਮਕਾਨ ਬਣਾਏ ਆ, ਇਹਨਾਂ ਲੋਕਾਂ ਨੇ ਮੇਰੀਆਂ ਗੱਡੀਆਂ ਬਣਾਈਆਂ। ਤੇ ਅੱਜ ਮੇਰਾ ਮੈਂ ਕਿਸਾਨ ਦਾ ਪੁੱਤ ਹਾਂ, ਔਰ ਮੈਂ 8 ਸਾਲ ਮਜ਼ਦੂਰੀ ਵੀ ਕੀਤੀ ਆ, ਮੈਂ ਸਟਾਰਡਮ ਵੀ ਦੇਖਿਆ। ਕੋ ਮੈਨੂੰ ਪ੍ਰਮਾਤਮਾ ਨੇ ਸਾਰੇ ਪਾਸੋਂ ਹੀ ਕੱਢਿਆ, ਹਰ ਮੋਰੀ ਦੇ ਵਿੱਚੋਂ ਕੱਢਿਆ। ਤਾਂ ਕਰਕੇ ਮੈਂ ਚੰਗੀ ਤਰ੍ਹਾਂ ਜਾਣਦਾ ਵੀ ਇਨਸਾਨੀਅਤ ਕੀ ਹੁੰਦੀ ਆ, ਗਰੀਬੀ ਕੀ ਹੁੰਦੀ ਮੈਂ ਉਹਨੂੰ ਵੀ ਜਾਣਦਾ, ਸਟਾਰਡਮ ਸਿਖਰ ਦਾ ਕੀ ਹੁੰਦਾ ਮੈਂ ਉਹਨੂੰ ਵੀ ਜਾਣਦਾ, ਔਰ ਮੈਂ ਮਜ਼ਦੂਰੀ ਕਿੱਦਾਂ ਹੁੰਦੀ ਆ, ਕਿੱਦਾਂ ਸ਼ਾਮ ਨੂੰ ਦਿਹਾੜੀ ਮਿਲਦੀ ਆ, ਮੈਂ ਉਹ ਵੀ 8 ਸਾਲ ਕੀਤੀ ਆ ਜੀ, ਰਾਤ ਦਿਨ। ਤੇ ਮੈਂ ਕਿਸਾਨੀ ਵੀ ਕੀਤੀ ਹੈ। ਮੈਂ ਮੰਡੀਆਂ ਦੇ ਵਿੱਚ ਕਣਕਾਂ ਦੇ ਬੋਲਾਂ ਦੇ ਉੱਪਰ ਸੁੱਤਾ ਆ, ਮੈਂ ਮਸ਼ੀਨਾਂ ਦੇ ਭਰੀਆਂ ਦੇ ਉੱਪਰ, ਮੈਂ ਛਿੱਟਿਆਂ ਦੇ ਉੱਪਰ ਵੀ ਰਾਤ ਨੂੰ ਸੁੱਤਾ, ਮੈਂ ਮੰਡਲੀਆਂ ਦੇ ਵਿੱਚ ਵੀ ਸੁੱਤਾ, ਮੈਂ ਮੰਡੀਆਂ ਦੇ ਵਿੱਚ ਵੀ ਸੁੱਤਾ। ਤੇ ਮੈਂ ਇਹਨੂੰ ਚੰਗੀ ਤਰ੍ਹਾਂ ਜਾਣਦਾ ਵੀ ਕਿਸਾਨੀ ਤੇ ਮਜ਼ਦੂਰੀ ਕੀ ਚੀਜ਼ ਹੁੰਦੀ ਆ। ਤਾਂ ਕਰਕੇ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਕਿ ਆਪਣੀ ਮੈਂ ਤੋਂ ਉੱਠ ਕੇ ਇਸ ਸੰਘਰਸ਼ ਦੇ ਵਿੱਚ ਆਪਣੇ ਦਿਲੋਂ ਇਹਨੂੰ ਪੁੱਛ ਕੇ ਇਹਨੂੰ ਘੱਟ ਯੂਜ਼ ਕਰੋ, ਇਹਨੂੰ ਯੂਜ਼ ਕਰੋ ਵੀ ਸਾਡਾ ਕੀ, ਸਾਡੇ ਹਿੱਤ ਬਣਦੇ ਆ, ਕੀ ਸਾਡੇ ਫਰਜ਼ ਬਣਦੇ ਆ। ਅਸੀਂ ਇਮਾਨਦਾਰੀ ਦੇ ਨਾਲ ਇਸ ਹਿੱਤ ਦੇ ਵਿੱਚ, ਇਸ ਸੰਘਰਸ਼ ਦੇ ਵਿੱਚ ਖੜੇ ਹੋਈਏ ਤਾਂ ਕਿ ਅਸੀਂ ਜਿਹੜੇ ਦਿਲ ਦੀ ਜਗ੍ਹਾ ਦਿਮਾਗ ਦਾ ਇਸਤੇਮਾਲ ਕਰ ਰਹੇ ਨੇ ਉਹਨਾਂ ਦੀ ਸੋਚ ਨੂੰ ਲੈ ਕੇ ਕੀ ਕਹੋ? ਭਾਜੀ ਉਹ ਸੋਚ ਜਿਹੜਾ ਮੈਂ ਪਹਿਲਾਂ ਗੱਲ ਕਰ ਚੁੱਕਾ, ਉਹ ਸੋਚ ਦੇ ਵਿੱਚ ਆਪੇ ਜਵਾਬ ਆ ਗਿਆ ਜੀ। ਮਤਲਬ ਉਹ ਨਹੀਂ ਕਰਨਾ ਚਾਹੀਦਾ, ਉਹ ਗਲਤ ਹੈ। ਜੇ ਆਪਾਂ ਸਿੱਧਾ ਕਹੀਏ ਆਹ ਨਹੀਂ ਕਰਨਾ ਚਾਹੀਦਾ, ਮੈਂ ਵਾਲੀ ਗੱਲ ਨਹੀਂ ਹੋਣੀ ਚਾਹੀਦੀ। ਇੱਥੇ ਗੱਲ ਇਹੀ ਹੋਣੀ ਚਾਹੀਦੀ ਵੀ ਜਿਹੜਾ ਇਹ ਕਿਰਤੀ ਤੇ ਕਿਸਾਨਾਂ ਦਾ ਅੰਦੋਲਨ ਆ, ਇਹ ਅਸੀਂ ਕਿੱਦਾਂ ਜਿੱਤਣਾ, ਬਿੱਲ ਕਿਵੇਂ ਵਾਪਸ ਕਰਾਉਣੇ ਆ ਜੀ। ਔਰ ਇਹ ਇਤਿਹਾਸ ਬਣਨਾ ਵੀਰ ਜੀ, ਇਹ ਮੈਂ ਤੁਹਾਨੂੰ ਪੱਥਰ ਤੇ ਲੀਕ ਆ, ਮੈਂ ਇਹ ਗੱਲ ਤੁਹਾਡੇ ਮਾਧਿਅਮ ਰਾਹੀਂ ਕਹਿੰਦਾ ਕਿ ਇਹ ਜਿਹੜੀ ਕੌਮ ਆ, ਇਹ ਜੋ ਮਾੜਾ ਮੋਟਾ 26 ਤਰੀਕ ਨੂੰ ਹੋਇਆ, ਕੀ ਹੋਇਆ, ਕਰਵਾਇਆ ਕੀ ਹੋਇਆ, ਇਹ ਲੋਕ ਪਿੱਛੇ ਹਟਣ ਵਾਲੇ ਨਹੀਂ ਗਏ। ਇਹ ਤੁਸੀਂ ਮੇਰੀ ਗੱਲ ਯਾਦ ਰੱਖਿਓ ਜੀ, ਚਾਹੇ 6 ਮਹੀਨੇ ਹੋਰ ਚੱਲਣ। ਇਹ ਭਾਜੀ ਮੈਂ ਜਿਹੜੀ ਅੰਦਰ ਵੀ ਗੱਲ ਕੀਤੀ ਸੀ, ਅਦਾਨੀ ਅੰਬਾਨੀ ਹੋਣੀ ਬਹੁਤ ਰਿਚ ਬੰਦੇ, ਇਹਨਾਂ ਕੋਲ ਅੰਨਾ ਪੈਸਾ ਆ, ਪਰ ਵੀਰ ਜੀ ਜਿਹੜੇ ਪਿੰਡਾਂ ਵਾਲੇ ਲੋਕ, ਕਿਸਾਨੀ ਨਾਲ ਜੁੜੇ ਹੋਏ ਲੋਕ ਬਾਹਰ ਜਾ ਕੇ ਵਸੇ ਹੋਏ ਨਾ ਜੀ, ਤੁਸੀਂ ਇੱਕ ਵਾਰ ਸਰਵੇ ਕਰਕੇ ਦੇਖੋ ਪੂਰੇ ਵਰਲਡ ਦੇ ਵਿੱਚ ਵੀਰ ਜੀ। ਉਹ ਮੇਰਾ ਖਿਆਲ ਹੈ ਵੀ ਜੇ ਕਣਕਾਂ ਨਾ ਗਵਰਨਮੈਂਟ ਨਹੀਂ ਵੀ ਚੱਕਣ ਦਊਗੀ, ਉਹ ਲੋਕ ਇੰਨੀ ਹਿੰਮਤ ਰੱਖਦੇ ਆ, ਉਹ ਪੂਰੇ ਪਿੰਡ ਨੂੰ ਰੋਟੀ ਵੀ ਦੇ ਸਕਦੇ ਆ, ਆਪਣੇ ਪਿੰਡ ਨੂੰ। ਸਾਡੇ ਪਿੰਡੋਂ ਅੱਜ ਮੇਰਾ ਖਿਆਲ 250 ਤੋਂ ਲੈ ਕੇ 300 ਪਰਿਵਾਰ ਬਾਹਰ ਹੈ ਜੀ, ਚੀਮੇ ਕਲਾਂ, ਨੂਰ ਮਹਿਲ ਦਾ, ਕੈਨੇਡਾ, ਅਮਰੀਕਾ, ਇੰਗਲੈਂਡ, ਆਸਟ੍ਰੇਲੀਆ ਵੱਲ। ਤੇ ਮੇਰਾ ਖਿਆਲ ਹੈ ਵੀ ਰੱਬ ਇਦਾਂ ਦੇ ਹਾਲਾਤ ਨਾ ਬਣਾਵੇ, ਪਰ ਜੇ ਉਹ ਚਾਹਣ ਕਿ ਸਾਰੇ ਪਿੰਡ ਨੂੰ ਰੋਟੀ ਅਸੀਂ ਖਿਲਾਉਣੀ ਆ, ਤਾਂ ਉਹਨਾਂ ਲਈ ਕੋਈ ਵੀ ਔਖਾ ਨਹੀਂ। ਉਹ ਹੁਣੇ 5 ਕਰੋੜ ਰੁਪਈਆ ਸਾਡੇ ਪਿੰਡ ਤੇ ਲਾ ਕੇ ਹਟੇ NRI, ਉਹਨਾਂ ਨੂੰ ਪਿੰਡ ਚਲਾਉਣੇ ਕੋਈ ਔਖੇ ਨਹੀਂ ਗੇ। ਪਰ ਚੱਕਰ ਗੱਲ ਇਹ ਆ, ਗੱਲ ਹੁਣ ਪੱਗ ਦੀ ਹੈ ਜੀ, ਗੱਲ ਚੁੰਨੀ ਦੀ ਹੈ, ਗੱਲ ਇੱਜ਼ਤ ਦੀ ਹੈ। ਜਿਹੜੀ ਇੱਜ਼ਤ ਆ ਅਸੀਂ ਉਹ ਆਪਣੇ ਪੈਰਾਂ ਦੇ ਵਿੱਚ ਰੋਲ ਨਹੀਂ ਦੇਣੀ। ਅਸੀਂ ਜਿਹੜੀਆਂ ਸ਼ਹਾਦਤਾਂ ਹੋਈਆਂ, ਇਹਨਾਂ ਦਾ ਬਦਲਾ ਜਿਹੜਾ ਇਸ ਗਵਰਨਮੈਂਟ ਨੂੰ ਇੱਕ ਨਾ ਇੱਕ ਦਿਨ ਦੇਣਾ ਪਏਗਾ। ਸਰ ਇੱਕ ਵਾਰ ਫਿਰ ਤੋਂ ਅੱਜ ਲੱਖਾ ਸਿਧਾਣਾ ਦੀ ਵਾਪਸੀ ਹੁੰਦੀ ਨਜ਼ਰ ਆਈ। KMP ਦੇ ਉੱਪਰ ਲੱਖਾ ਸਿਧਾਣਾ ਮੌਜੂਦ ਨੇ। ਇਸ ਤੋਂ ਇਲਾਵਾ ਅੰਦੋਲਨ ਦੇ ਵਿੱਚ ਵੀ ਲਗਾਤਾਰ ਉਹਨਾਂ ਦੀ ਮੌਜੂਦਗੀ ਨਜ਼ਰ ਆਉਂਦੀ ਸੀ, ਔਰ ਹੁਣ ਇੱਕ ਧੜਾ ਇਹ ਵੀ ਕਹਿੰਦਾ ਹੋਇਆ ਨਜ਼ਰ ਆ ਰਿਹਾ ਕਿ ਦੀਪ ਸਿੱਧੂ ਨੂੰ ਵੀ ਵਾਪਸ ਜੋੜਨ ਦੀ ਤਿਆਰੀ ਕਰੋ, ਉਸ ਨੂੰ ਵੀ ਬਾਹਰ ਕੱਢਣ ਦੀ ਤਿਆਰੀ ਕਰੋ, ਤਾਂ ਕਿ ਅੰਦੋਲਨ ਹੋਰ ਮਜ਼ਬੂਤ ਹੋਏ, ਯੂਥ ਦਾ ਹੋਰ ਸਾਥ ਇਸ ਅੰਦੋਲਨ ਨੂੰ ਮਿਲਦਾ ਨਜ਼ਰ ਆਏ। ਤੁਹਾਡੀ ਕੀ ਰਾਏ ਹੈ ਇਸ ਨੂੰ? ਇਹਦੇ ਵਿੱਚ ਭਾਜੀ ਦੇਖੋ, ਜਿੰਨੇ ਵੀ ਆਰਟਿਸਟ ਲੋਕ ਨੇ ਸਾਡੇ, ਮੈਂ ਪਹਿਲਾਂ ਉਹਨਾਂ ਦਾ ਬਹੁਤ ਧੰਨਵਾਦ ਕਰੂੰਗਾ। ਸਾਡੇ ਆਰਟਿਸਟ, ਭਾਵੇਂ ਉਹਨਾਂ ਦੇ ਵਿੱਚ ਦੀਪ ਸਿੱਧੂ ਵੀ ਆਉਂਦਾ, ਸਿੰਗਰ ਵੀ ਆਉਂਦੇ ਆ, ਐਕਟਰ ਭਾਈਚਾਰਾ ਵੀ ਆਉਂਦਾ, ਇਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ, ਬਹੁਤ ਵੱਡਾ ਸਹਿਯੋਗ ਆ। ਸਾਰਿਆਂ ਦਾ ਮੈਂ ਬਹੁਤ ਧੰਨਵਾਦ ਕਰਦਾ। ਔਰ ਭਾਵੇਂ ਤੁਸੀਂ ਲੱਖਾ ਸਿਧਾਣਾ ਦੀ ਗੱਲ ਕੀਤੀ ਆ, ਉਹ ਬਹੁਤ ਅਗਰੈਸਿਵ ਹੈ, ਉਹਦੇ ਨਾਲ ਯੂਥ ਵੀ ਬਹੁਤ ਜੁੜਿਆ ਹੋਇਆ, ਮੁੰਡੇ ਉਹਦੀ ਸਪੋਰਟ ਵੀ ਕਰਦੇ ਆ। ਔਰ ਉਹਦੀ ਸੋਚ, ਲੱਖੇ ਸਿਧਾਣੇ ਦੀ ਵੀ ਕੀ ਸੋਚ ਹੈ ਕਿ ਅਸੀਂ ਇਸ ਸੰਘਰਸ਼ ਨੂੰ ਜਿੱਤਣਾ। ਇੱਕ ਤਰੀਕਾ ਆਪਣਾ ਹੋ ਜਾਂਦਾ। ਸਿੱਧੂ ਦੀ, ਉਹਨਾਂ ਦੀ ਕੀ ਨੀਤੀ ਹੈ, ਅਸੀਂ ਸੰਘਰਸ਼ ਨੂੰ ਜਿੱਤਣਾ, ਹਨਾ ਜੀ। ਜਿਹੜੇ ਬਜ਼ੁਰਗ ਨੇ, ਜਥੇਬੰਦੀਆਂ ਦੇ ਪ੍ਰਧਾਨ ਨੇ, ਉਹ ਵੀ ਸਾਡੇ ਬਜ਼ੁਰਗ ਹੈ, ਸਾਡੇ ਬਹੁਤ ਸਤਿਕਾਰਯੋਗ ਹੈ। ਇਹ ਵੀ ਸਾਡੇ ਛੋਟੇ ਵੀਰ ਹੈ, ਲੱਖੇ ਹੁਣੀ ਵੀ, ਸਿੱਧੂ ਵੀ ਸਾਡਾ ਛੋਟਾ ਵੀਰ ਹੈ। ਔਰ ਸਾਡਾ ਮਕਸਦ ਇੱਕੋ ਹੀ ਆ, ਬਸ ਉਹ ਥੋੜੀ ਜਿਹੜੀ ਸੋਚ ਦਾ ਫਰਕ ਹੋ ਜਾਂਦਾ, ਉਹ ਵੀ ਮੇਰਾ ਖਿਆਲ ਕਾਫੀ ਹੱਦ ਤੱਕ ਕਲੀਅਰ ਹੋ ਗਿਆ। ਕੋਈ ਇਦਾਂ ਨਹੀਂ ਹੋਇਆ ਕਿਸੇ ਬੰਦੇ ਨੇ ਜਾਣ ਬੁੱਝ ਕੇ ਆਪਾਂ ਲੰਬੀਆਂ ਗੱਲਾਂ ਨਹੀਂ ਕਰਨੀਆਂ। ਹੁਣ 26 ਵਾਲੀਆਂ ਨਹੀਂ ਮੈਂ ਗੱਲਾਂ ਕਰਨੀਆਂ ਚਾਹੁੰਦਾ, ਪਰ ਮੈਂ ਇਹ ਗੱਲ ਜ਼ਰੂਰ ਕਹਿਣੀ ਚਾਹੁੰਦਾ ਕਿ ਸਿੱਧੂ ਦਾ ਵੀ ਮਕਸਦ ਉਹੀ ਆ, ਲੱਖੇ ਸਿਧਾਣੇ ਦਾ ਵੀ ਮਕਸਦ ਉਹੀ ਆ, ਸਾਡੇ ਵੀਰ ਦਾ, ਸਾਡਾ ਵੀ ਮਕਸਦ ਉਹੀ ਆ। ਜਿਹੜੇ ਵਿਚਾਰੇ ਉੱਥੇ ਬਜ਼ੁਰਗ ਹੁਣ ਥੱਲੇ ਸੌਂਦੇ ਆ ਪੱਥਰਾਂ ਤੇ ਟਰਾਲੀਆਂ ਦੇ ਵਿੱਚ ਵੜ ਕੇ, ਹੈ ਨਾ ਜੀ, ਕਾਨਿਆਂ ਦੀਆਂ ਛੱਡਾਂ ਦੇ ਵਿੱਚ, ਉਹਨਾਂ ਦਾ ਮਕਸਦ ਵੀ ਉਹੀ ਆ। ਥੋੜਾ ਜਿਹਾ ਜੀ ਤਰੀਕਾ ਆਪਣਾ ਆ, ਤੇ ਬਸ ਉਹ ਪ੍ਰਮਾਤਮਾ ਸਾਡੇ ਸਾਰਿਆਂ ਦੇ ਸਮੱਤ ਬਖਸ਼ੇ। ਅਸੀਂ ਇਦਾਂ ਹੀ, ਇਹ ਨਿੱਕੇ ਮੋਟੇ ਜਿਹੜੇ ਮਨ ਮੁਟਾਵ ਹੁੰਦੇ ਸਾਡੇ ਸਕੇ ਭਰਾਵਾਂ 'ਚ ਵੀ ਹੁੰਦੇ ਆ, ਸ਼ਰੀਕੇ ਭਾਈਚਾਰੇ 'ਚ ਵੀ ਹੁੰਦੇ ਆ, ਪਰ ਅਸੀਂ ਇਦਾਂ ਹੀ ਇਹ ਮਨ ਮੁਟਾਵ ਹਟਾਉਂਦੇ ਹੋਏ ਅਸੀਂ ਇਦਾਂ ਹੀ ਅੱਗੇ ਵੱਧਦੇ ਜਾਣਾ, ਤੇ ਇੱਕ ਦਿਨ ਅਸੀਂ ਜਿੱਤ ਕੇ ਆਪਣੇ ਘਰਾਂ ਨੂੰ ਜਾਣਾ। ਇੱਕ ਆਖਰੀ ਸਵਾਲ, ਕਰੋਨਾ ਫਿਰ ਤੋਂ ਆ ਗਿਆ,
ਫਿਰ ਤੋਂ ਪੈਰ ਪਸਾਰਦਾ ਨਜ਼ਰ ਆ ਰਿਹਾ। ਨਾਈਟ ਕਰਫਿਊ ਲੱਗਣੇ ਸ਼ੁਰੂ ਹੋ ਗਏ, ਕਹਿੰਦੇ ਰੈਲੀਆਂ ਨਾ ਕਰੋ, ਹੋਰ ਧਾਰਮਿਕ ਸਮਾਗਮ ਨਾ ਕਰੋ। ਯਾਨੀ ਕਿਤੇ ਨਾ ਕਿਤੇ ਹੁਣ ਕਿਸਾਨੀ ਸੰਘਰਸ਼ ਦੇ ਉੱਪਰ ਵੀ ਇਸ ਕਰੋਨਾ ਨੂੰ ਲੈ ਕੇ ਹਿਦਾਇਤਾਂ ਜਿਹੜੀਆਂ ਨੇ ਜਾਰੀ ਹੋ ਸਕਦੀਆਂ ਨੇ, ਜਿਸ ਢੰਗ ਦੀ ਕਿਤੇ ਨਾ ਕਿਤੇ ਰੂਪਰੇਖਾ ਤਿਆਰ ਕੀਤੀ ਜਾ ਰਹੀ ਹੈ। ਕੀ ਮੰਨਦੇ ਹੋ, ਕਰੋਨਾ ਵਾਕਿਆ ਦੇ ਵਿੱਚ ਹੈ, ਜਾਂ ਫਿਰ ਜਦੋਂ ਵੀ ਸਰਕਾਰ ਦੇ ਖਿਲਾਫ ਕੋਈ ਆਵਾਜ਼ ਬੁਲੰਦ ਕਰਦਾ ਹੈ ਤੇ ਫਿਰ ਕਰੋਨਾ ਦੀ ਆੜ ਦੇ ਵਿੱਚ ਉਸ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ? ਦੇਖੋ ਭਾਜੀ, ਆ ਜਿੰਨਾ ਹੁਣ ਮਤਲਬ ਜਿੰਨਾ ਇਹਨੂੰ ਉਭਾਰਿਆ ਜਾ ਰਿਹਾ, ਮੈਨੂੰ ਲੱਗਦਾ ਕਰੋਨਾ ਹੈ, ਮੈਂ ਇਸ ਗੱਲ ਤੋਂ ਮੁਨਕਰ ਨਹੀਂਗਾ, ਕਰੋਨਾ ਵਰਲਡ ਵਾਈਡ ਹੈ। ਪਰ ਜਿੰਨਾ ਹੁਣ ਇਸ ਟਾਈਮ ਉਭਾਰਿਆ ਜਾ ਰਿਹਾ ਇੰਡੀਆ ਦੇ ਵਿੱਚ, ਪੰਜਾਬ ਦੇ ਵਿੱਚ ਤਾਂ ਦਿੱਲੀ ਦੇ ਵਿੱਚ, ਮੈਨੂੰ ਲੱਗਦਾ ਵੀ ਉਨਾ ਕਰੋਨਾ ਨਹੀਂਗਾ। ਔਰ ਮੈਂ ਸਭ ਨੂੰ ਇਹੀ ਬੇਨਤੀ ਕਰੂੰਗਾ ਕਿ ਆਪਣਾ ਜਿਹੜੀ ਤੁਹਾਡੀ ਡਾਈਟ ਆ, ਆਪਣੀ ਜਿਹੜੀ ਇਮਿਊਨਿਟੀ ਆ ਉਹ ਸਟਰੋਂਗ ਕਰੋ। ਔਰ ਬਜ਼ੁਰਗਾਂ ਨੂੰ ਤਾਂ ਹੀ ਨਹੀਂ ਹੁੰਦਾ ਕਰਕੇ ਉਹ ਮਿੱਟੀ ਨਾਲ ਖੇਡਦੇ ਰਹੇ ਆ, 50-50 ਸਾਲ ਮਿੱਟੀਆਂ ਤੇ ਸੌਂਦੇ ਰਹੇ ਆ, ਅੱਧੀ ਡਸਟ ਵਾਲੀ, ਉਹਨਾਂ ਦੀ ਇਮਿਊਨਿਟੀ ਬਹੁਤ ਸਟਰੋਂਗ ਹੋਈ ਆ। ਆਪਾਂ ਨੂੰ ਸਭ ਨੂੰ ਆਪਣੀ ਜਿਹੜੀ ਇਮਿਊਨਿਟੀ ਆ ਉਹ ਸਟਰੋਂਗ ਕਰਨੀ ਚਾਹੀਦੀ ਆ। ਇਦਾਂ ਦੀ ਬਿਮਾਰੀ ਜਿਹੜੀ ਆ, ਪਹਿਲਾਂ ਵੀ ਫਲੂ ਵਗੈਰਾ ਹੁਲਕੇ ਆਉਂਦੇ ਆ, ਉਹ ਤੁਹਾਡੇ ਤੇ ਅਟੈਕ ਨਹੀਂ ਕਰਦੇ ਆਪਾਂ ਨੂੰ। ਬਾਕੀ ਜੇ ਹੁਣ ਕੋਈ ਗਵਰਨਮੈਂਟ ਦੀ ਪਾਲਿਸੀ ਹੋਏਗੀ ਵੀ ਅੰਦੋਲਨ ਖਤਮ ਕਰਨਾ, ਮੇਰਾ ਖਿਆਲ ਆ ਵੀ ਇਹ ਜਿਹੜੇ ਲੋਕ ਨੇ ਹੁਣ, ਇਹ ਜਿਹੜਾ ਹਜੂਮ ਆ, ਇਹ ਠਾਣੀ ਬੈਠਾ ਵੀ ਚਾਹੇ ਹੁਣ ਕੁਝ ਵੀ ਹੋ ਜਾਏ। ਜੇ ਇਹਨਾਂ ਨੇ ਕਨਵੈਨਸ਼ਨ ਕਰਨੀ ਆ, ਰੈਲੀ ਕਰਨੀ ਆ, ਇਕੱਠ ਕਰਨਾ, ਧਰਨਾ ਲਾਉਣਾ, ਉਹਨੂੰ ਹੁਣ ਗਵਰਨਮੈਂਟ ਰੋਕ ਨਹੀਂ ਸਕਦੀ ਸੀ। ਬਿਲਕੁਲ ਸਿੱਧੇ ਤੌਰ ਤੇ ਐਸੀ ਸਰਬਜੀਤ ਚੀਮਾ, ਜਿਨ੍ਹਾਂ ਦੇ ਸਿੱਧੇ ਤੌਰ ਤੇ ਕਹਿਣਾ ਹੈ ਕਿ ਆਹ ਸੰਘਰਸ਼ ਤਦ ਤੱਕ ਜਾਰੀ ਰਹੂਗਾ ਜਦ ਤੱਕ ਆਪਣਾ ਮੰਤਵ ਪੂਰਾ ਨਹੀਂ ਹੁੰਦਾ। ਯਾਨੀ ਜਦੋਂ ਤੱਕ ਆਹ ਸੰਘਰਸ਼ ਜਿਹੜਾ, ਜਿਸ ਮੁੱਦੇ ਨੂੰ ਲੈ ਕੇ ਸੰਘਰਸ਼ ਜਾਰੀ ਹੋਇਆ ਸੀ, ਯਾਨੀ ਸਿੱਧੇ ਤੌਰ ਤੇ ਖੇਤੀ ਕਾਨੂੰਨ ਜਦੋਂ ਤੱਕ ਰੱਦ ਨਹੀਂ ਹੁੰਦੇ, ਤਦ ਤੱਕ ਆਹ ਸੰਘਰਸ਼ ਜਿਹੜਾ ਇਸੇ ਤਰ੍ਹਾਂ ਨਾਲ ਜਾਰੀ ਰਹੂਗਾ। ਕੈਮਰਾਮੈਨ ਵਿਕਾਸ ਦੇ ਨਾਲ ਵਿਨੀਤ ਕਪੂਰ, ਡੇਲੀ ਪੋਸਟ ਪੰਜਾਬੀ, ਚੰਡੀਗੜ੍ਹ।